ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਵਰਿੰਦਰ ਸਿੰਘ ਸੇਖੋਂ। ਅੱਜ ਮੈਂ ਲਾਈਵ ਹੋ ਕੇ ਤੁਹਾਡੇ ਨਾਲ ਜਿਹੜੀ ਪੰਜਾਬ ਦੇ ਵਿੱਚ ਇੱਕ ਬਹੁਤ ਕੋਝੀ ਚਾਲ ਖੇਡੀ ਜਾ ਰਹੀ ਆ RSS ਵੱਲੋਂ, ਉਸ ਦੇ ਬਾਰੇ ਗੱਲ ਕਰਨ ਜਾ ਰਿਹਾ। ਤੁਸੀਂ ਦੇਖਿਆ ਹੋਣਾ ਕਿ ਫੇਸਬੁੱਕ ਤੇ ਇੰਟਰਨੈਟ 'ਤੇ ਇੱਕ ਬਹੁਤ ਵਾਇਰਲ ਹੋ ਰਹੀ ਹੈ ਵੀਡੀਓ, ਜਿਹਦੇ ਵਿੱਚ ਇੱਕ ਪਖੰਡੀ ਅਰਦਾਸ ਕਰਦਾ ਮੋਦੀ ਤੇ ਸਰਸੇ ਵਾਲੇ ਪਖੰਡੀ ਬਲਾਤਕਾਰੀ ਸਾਧ ਲਈ। ਸੋ ਜੋ ਇਹ ਅਰਦਾਸ ਕੀਤੀ ਗਈ ਆ, ਸੋ ਇਸ ਲਈ ਇਹਦੇ ਆਪਾਂ ਨੂੰ ਮੀਨਿੰਗ ਸਮਝਣੇ ਪੈਣੇ ਨੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ RSS ਨੂੰ ਪੰਜਾਬ ਦੇ ਵਿੱਚ ਲਿਆਂਦਾ ਗਿਆ। ਜਦੋਂ RSS ਪੰਜਾਬ ਦੇ ਵਿੱਚ ਆਪਣਾ ਪੈਰ ਲਾ ਚੁੱਕੀ ਆ, ਅੱਜ ਜਿਹੜੀ RSS ਆ ਉਹ ਆਪਣੇ ਪੈਰ ਪਸਾਰ ਰਹੀ ਆ ਪੰਜਾਬ ਦੇ ਵਿੱਚ, ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਆ। ਸੋ ਸਾਨੂੰ ਚੀਜ਼ਾਂ ਸਮਝਣੀਆਂ ਪੈਣੀਆਂ ਨੇ। ਸਾਡਾ ਕਿਸਾਨੀ ਸੰਘਰਸ਼ ਆ ਜਿਹੜਾ ਬਿਲਕੁਲ ਸਿਖਰਾਂ ਤੇ ਪਹੁੰਚਿਆ ਗਿਆ। ਸਾਡੇ ਕਿਸਾਨੀ ਸੰਘਰਸ਼ ਨੂੰ ਖਰਾਬ ਕਰਨ ਦੇ ਲਈ ਮੋਦੀ ਵੱਲੋਂ ਬਹੁਤ ਕੋਝੀਆਂ ਚਾਲਾਂ ਚੱਲੀਆਂ ਗਈਆਂ। ਇਹਨੂੰ ਅੱਤਵਾਦੀ ਕਿਹਾ ਗਿਆ, ਕਿਸਾਨਾਂ ਨੂੰ ਕਿਹਾ ਗਿਆ ਫੰਡਿੰਗ ਪਾਕਿਸਤਾਨ ਤੋਂ ਹੁੰਦੀ ਆ, ਇਹ ਜਿਹੜੇ ਨੇ ਇਹ ਚਾਈਨਾ ਤੋਂ ਸਪੋਰਟ ਹੋ ਰਹੀ ਆ। ਸੋ ਇਹੋ ਜਿਹੀਆਂ ਗੱਲਾਂ ਹੋਈਆਂ, ਤੇ ਅੱਜ ਜਿਹੜੀ ਮੋਦੀ ਦੀ ਸਿਆਸਤ ਆ, ਉਹ ਜਿਹੜੀ RSS ਤੇ BJP ਆ, ਕਿ ਉਹ ਪੰਜਾਬ ਦੇ ਵਿੱਚ ਕਹਿ ਰਹੇ ਨੇ ਕਿ ਜਿਹੜਾ CM ਦਾ ਚਿਹਰਾ ਉਹ ਦਲਿਤ ਭਰਾਵਾਂ ਵਿੱਚੋਂ ਲਿਆ ਜਾਵੇਗਾ। ਮੈਂ ਉਸ ਅਰਦਾਸ ਕਰਨ ਵਾਲੇ ਬੰਦੇ ਨੂੰ ਪੁੱਛਣਾ ਚਾਹੁੰਦਾ ਜਿਹਨੇ ਮੋਦੀ ਦੀ ਲਈ ਅਰਦਾਸ ਕੀਤੀ ਆ ਤੇ ਸਰਸੇ ਵਾਲੇ ਬਲਾਤਕਾਰੀ ਲਈ ਅਰਦਾਸ ਕੀਤੀ ਆ। ਮੈਂ ਉਹਨੂੰ ਪੁੱਛਣਾ ਚਾਹੁੰਦਾ ਕਿ ਇਹ ਸਿਰਫ ਤੇ ਸਿਰਫ ਦਲਿਤ ਭਰਾਵਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ। ਜੇ ਦਲਿਤ ਭਰਾਵਾਂ ਦਾ ਇੰਨਾ ਹੀ ਦਰਦ ਹੁੰਦਾ ਇਹ ਮੋਦੀ ਨੂੰ ਤੇ RSS ਨੂੰ, ਤਾਂ ਦਲਿਤ ਰਾਸ਼ਟਰਪਤੀ ਜਦੋਂ ਹੋਵੇ, ਭਾਰਤ ਦਾ ਦਲਿਤ ਰਾਸ਼ਟਰਪਤੀ ਹੋਵੇ, ਤੇ ਦਿੱਲੀ ਦੇ ਵਿੱਚ ਭਗਤ ਰਵਿਦਾਸ ਦਾ ਮੰਦਿਰ ਢਾਇਆ ਗਿਆ, ਉਦੋਂ ਇਹਨਾਂ RSS ਨੇ ਤੇ ਮੋਦੀ ਨੇ ਜਾਣ ਬੁੱਝ ਕੇ RSS ਨੇ ਤੇ ਭਗਤ ਰਵਿਦਾਸ ਜੀ ਦਾ ਜਿਹੜਾ ਦਿੱਲੀ 'ਚ ਮੰਦਿਰ ਸੀ ਉਹ ਢਾਇਆ ਗਿਆ। ਤੇ BJP ਦੇ ਰਾਜ ਦੇ ਵਿੱਚ ਯੋਗੀ, ਜੋ UP ਦਾ ਮੁੱਖ ਮੰਤਰੀ ਆ, ਮੈਂ ਉਹਨੂੰ ਪੁੱਛਣਾ ਚਾਹੁੰਦਾ ਜਿਹੜਾ ਕਹਿੰਦਾ ਦਲਿਤਾਂ ਬਾਰੇ ਬੜਾ, ਇਹ RSS ਤੇ BJP ਜਿਹੜੀ ਬੜੀ ਆਪਣੇ ਆਪ ਨੂੰ ਅੱਜ ਸ਼ੋਅ ਕਰ ਰਹੀ ਹੈ ਕਿ ਇਹਨਾਂ ਲਈ, ਸਾਡੇ ਲਈ ਬੜਾ ਦਰਦ ਆ। UP ਦੇ ਵਿੱਚ ਇੱਕ ਦਲਿਤ ਧੀ ਦਾ ਬਲਾਤਕਾਰ ਹੁੰਦਾ, ਉਹ ਦਲਿਤ ਧੀ ਦਾ ਬਲਾਤਕਾਰ ਹੁੰਦਾ, ਤੇ UP ਦਾ ਮੁੱਖ ਮੰਤਰੀ ਉਹ ਜਿਹੜੇ ਦਰਿੰਦਿਆਂ ਨੇ ਬਲਾਤਕਾਰ ਕੀਤਾ ਤੇ ਉਸ ਧੀ ਉਹਨਾਂ ਦੀ ਸਪੋਰਟ ਕਰਦਾ, ਤੇ ਉਹ ਧੀ ਦਾ ਰਾਤ ਦੇ 2 ਵਜੇ ਸੰਸਕਾਰ ਕੀਤਾ ਜਾਂਦਾ, ਪਰਿਵਾਰ ਨੂੰ ਮਿਲਣ ਨਹੀਂ ਦਿੱਤਾ ਜਾਂਦਾ। ਇਹ ਦਲਿਤਾਂ ਦੀ ਜਿਹੜੀ UP ਦੇ ਵਿੱਚ ਸਥਿਤੀ ਆ ਯੋਗੀ ਮੁੱਖ ਮੰਤਰੀ ਦੇ। ਤੇ ਉਸ ਤੋਂ ਬਾਅਦ ਉੱਤਰਾਖੰਡ ਦੇ ਵਿੱਚ ਇੱਕ ਦਲਿਤ ਧੀ ਮੰਦਿਰ ਦੇ ਵਿੱਚ ਜਾਣ ਲੱਗਦੀ ਆ, ਤਾਂ ਉਹਨੂੰ ਬੇਰਹਿਮੀ ਨਾਲ ਨੰਗਿਆਂ ਕਰਕੇ ਕੁੱਟਿਆ ਜਾਂਦਾ। ਤੇ ਫਿਰ ਇਹ ਕਿਹੜੇ ਦਲਿਤਾਂ ਦੀ ਗੱਲ ਕਰ ਰਹੇ ਨੇ? ਕਿਹੜੀ RSS ਤੇ BJP ਦਾ ਏਜੰਡਾ ਸਿਰਫ ਹਿੰਦੂ ਰਾਸ਼ਟਰ, ਬ੍ਰਾਹਮਣਵਾਦ ਸੋਚ, ਮਨੂ ਸਮ੍ਰਿਤੀ ਜਿਹੜੀ ਇਹਨਾਂ ਦੀ ਹੈਗੀ ਉਹਨੂੰ ਲਾਗੂ ਕਰਨਾ, ਚਾਹੇ ਜੱਟ ਨੇ, ਚਾਹੇ ਦਲਿਤ ਭਰਾ ਨੇ, ਚਾਹੇ ਹੋਰ ਜਾਤਾਂ ਵਾਲੇ ਨੇ, ਉਹ ਇਹਨਾਂ ਦੀ ਨਿਗਾਹ ਦੇ ਵਿੱਚ ਸ਼ੂਦਰ ਨੇ। ਚਾਹੇ ਉਹ ਜਿਹੜੀ ਮਰਜ਼ੀ ਜਾਤ ਦੇ ਨੇ, ਉਹ ਸਾਰੇ ਅਸੀਂ ਸ਼ੂਦਰ ਆ। ਸਾਨੂੰ ਸਿਰਫ ਇਹ ਸ਼ੂਦਰ ਸਮਝਦੇ ਨੇ। ਨਾ ਤਾਂ ਅਸੀਂ ਮੰਦਿਰਾਂ ਦੇ ਵਿੱਚ ਜਾ ਕੇ ਉੱਥੇ ਦਰਸ਼ਨ ਕਰ ਸਕਦੇ ਹਾਂ, ਤੇ ਨਾ ਹੀ ਜਿਹੜੇ ਆਪਣੇ ਆਪ ਨੂੰ ਉਹ ਸ਼ੂਦਰ ਨੇ ਜਿਹੜੇ, ਨਾ ਉਹ ਮੰਦਿਰ 'ਚ ਪ੍ਰਾਰਥਨਾ ਕਰ ਸਕਦੇ ਨੇ, ਨਾ ਮੰਦਿਰ ਦੇ ਵਿੱਚ ਜਾ ਸਕਦੇ ਨੇ। ਸੋ ਇਹ ਚੀਜ਼ ਨੂੰ ਸਾਨੂੰ ਸਮਝਣਾ ਪਊਗਾ। ਅੱਜ ਜਦੋਂ ਕਿਸਾਨੀ ਸੰਘਰਸ਼ ਸਿਖਰਾਂ ਤੇ ਪਹੁੰਚਿਆ ਗਿਆ, ਹੁਣ ਅਸੀਂ ਸੋਚਦੇ ਹਾਂ ਕਿ ਉਹ ਜਿਹੜਾ ਸਿੰਘ ਆ ਉਹਨੇ ਬਾਣਾ ਪਾਇਆ ਹੋਇਆ। RSS ਦੀ ਜਿਹੜੀ ਘੁੱਸਪੈਠ ਆ ਉਹ ਬਾਦਲ ਨੇ ਬੜੇ ਹੀ ਕੋਝੇ ਢੰਗ ਨਾਲ ਪੰਜਾਬ ਦੇ ਵਿੱਚ ਕੀਤੀ ਹੋਈ ਆ। RSS ਵਾਲਿਆਂ ਦੇ ਦਾੜੇ ਵੀ ਪ੍ਰਕਾਸ਼ ਨੇ, ਉਹਨਾਂ ਨੇ ਅੰਮ੍ਰਿਤ ਵੀ ਛਕੇ ਹੋਏ ਨੇ, ਉਹਨਾਂ ਨੇ ਬਾਣੇ ਵੀ ਪਾਏ ਹੋਏ ਨੇ, ਉਹ ਬਹਿਡਰੂਪੀਏ ਨੇ। ਉਹਨਾਂ ਦੀ ਸਾਨੂੰ ਪਹਿਚਾਣ ਕਰਨੀ ਪਊਗੀ। ਅੱਜ ਸਾਰੀਆਂ ਪਾਰਟੀਆਂ ਪੰਜਾਬ ਦੇ ਵਿੱਚ ਕਹਿ ਰਹੀਆਂ ਨੇ ਕਿ ਅਸੀਂ ਦਲਿਤਾਂ ਦੀ ਯਾਦ ਆ ਚੁੱਕੀ ਆ। ਅੱਜ ਸਾਰੇ ਪਾਰਟੀਆਂ ਨੂੰ ਦਲਿਤਾਂ ਨੂੰ ਯਾਦ ਆ ਚੁੱਕੀ ਆ। ਤੇ ਮੈਂ ਪੰਜਾਬ ਦੇ, ਵੈਸੇ ਤਾਂ ਜਾਤ ਪਾਤ ਦੇ ਵਿੱਚ ਕੋਈ, ਮੈਨੂੰ ਨਹੀਂ ਲੱਗਦਾ ਕਿ ਜਾਤ ਪਾਤ ਦੇ ਵਿੱਚ ਕਿਸੇ ਨੂੰ ਕੋਈ ਫਰਕ ਸਮਝਣਾ ਚਾਹੀਦਾ। ਅਸੀਂ ਸਾਰੇ ਇਨਸਾਨ ਆ, ਸਾਡੇ ਸਾਰਿਆਂ ਦੇ ਵਿੱਚ ਇੱਕ ਜਿਹਾ ਖੂਨ ਆ, ਅਸੀਂ ਸਾਰੇ ਜਿਉਂਦੇ ਆ, ਸਾਰੇ ਇਨਸਾਨ ਆ। ਸੋ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜਿਹੜੇ ਦਲਿਤ ਭਰਾਵਾਂ ਦੀ ਗੱਲ ਕਰਦੇ ਨੇ, ਡਾਕਟਰ ਅੰਬੇਦਕਰ ਸਾਹਿਬ ਦਾ ਜਿਹੜਾ ਸੰਵਿਧਾਨ ਲਿਖਿਆ ਹੋਇਆ, ਅੱਜ RSS ਤੇ BJP ਤਾਂ ਉਹ ਸੰਵਿਧਾਨ ਖਤਮ ਕਰਨ ਲੱਗੀ ਹੋਈ ਆ, ਜਿਹਦੇ ਵਿੱਚ ਦਲਿਤਾਂ ਦੀ ਗੱਲ ਕੀਤੀ ਗਈ ਆ। ਜਿਹੜੀਆਂ ਦੱਬੇ ਕੁਚਲੇ ਲੋਕ ਨੇ, ਜਿਹੜੇ ਘੱਟ ਗਿਣਤੀਆਂ ਨੇ, ਚਾਹੇ ਉਹ ਸਿੱਖ ਨੇ, ਚਾਹੇ ਉਹ ਦੂਜੇ ਧਰਮਾਂ ਦੇ ਨੇ, ਉਹਨਾਂ ਦੀ ਗੱਲ ਕੀਤੀ ਗਈ ਆ। ਮੈਂ ਆਪਣੇ ਦਲਿਤ ਭਰਾਵਾਂ ਨੂੰ ਤੇ ਉਹ ਜਿਹੜਾ ਪਖੰਡੀ ਅਰਦਾਸ ਕਰਦਾ ਉਹਨੂੰ ਸਵਾਲ ਕਰ ਰਿਹਾ ਕਿ ਇਹਨਾਂ ਚੀਜ਼ਾਂ ਦੇ ਜਵਾਬ ਦੇਵੇ। ਜਿਹੜਾ ਸੰਵਿਧਾਨ ਭਗਤ ਰਵਿਦਾਸ ਜੀ ਦੇ ਰਾਹਾਂ ਤੇ ਚੱਲਦੇ ਹੋਏ ਡਾਕਟਰ ਸਾਹਿਬ ਨੇ ਲਿਖਿਆ, ਅੰਬੇਦਕਰ ਸਾਹਿਬ ਨੇ, ਡਾਕਟਰ ਸਾਹਿਬ ਨੇ ਸੰਵਿਧਾਨ ਲਿਖਿਆ, ਜਿਹਦੇ ਵਿੱਚ ਦੱਬੇ ਕੁਚਲੇ ਲੋਕਾਂ ਦੀ ਗੱਲ ਕੀਤੀ ਹੋਈ। ਅੱਜ ਉਹ ਸੰਵਿਧਾਨ ਨੂੰ ਤਾਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ।
ਅੱਜ ਉਹ ਸੰਵਿਧਾਨ ਨੂੰ ਬਦਲਿਆ ਜਾ ਰਿਹਾ। ਇਹ ਕਿਹੜੇ ਦਲਿਤਾਂ ਦੀ ਗੱਲ ਕਰ ਰਹੇ ਨੇ? ਜੇ ਇਹਨਾਂ ਨੂੰ ਇੰਨਾ ਹੀ ਦਲਿਤਾਂ ਨਾਲ ਪਿਆਰ ਆ ਤਾਂ ਡਾਕਟਰ ਸਾਹਿਬ ਦਾ ਸੰਵਿਧਾਨ ਨੂੰ ਕਿਉਂ ਛੇੜਛਾੜ ਕੀਤੀ ਜਾ ਰਹੀ ਹੈ ਅੰਬੇਦਕਰ ਸਾਹਿਬ ਦੇ ਨਾਲ? ਭਗਤ ਰਵਿਦਾਸ ਜੀ ਦਾ, ਸਾਡਾ ਮਹਾਰਾਜ ਜੀ ਦਾ ਮੰਦਿਰ ਢਾਇਆ ਗਿਆ, ਉਹਨਾਂ ਦੇ ਭਗਤ ਰਵਿਦਾਸ ਜੀ ਦੇ ਮੰਦਿਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ। ਇੱਥੇ ਮਨੂ ਸਮ੍ਰਿਤੀ ਦਾ ਜਿਹੜਾ ਰਾਜ ਆ ਉਹ ਲੈ ਕੇ ਆਉਣ ਦੀ, ਹਿੰਦੂ ਰਾਸ਼ਟਰ ਲੈ ਕੇ ਆਉਣ ਦੀ ਜਿਹੜੀ ਪੂਰੀ ਯੋਜਨਾ ਕੀਤੀ ਜਾ ਰਹੀ ਆ। ਅੱਜ ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ, ਅੱਜ ਆਮ ਆਦਮੀ ਪਾਰਟੀ ਵੀ ਸੀਐਮ ਕਹਿੰਦੀ ਅਸੀਂ ਦਲਿਤ ਭਰਾਵਾਂ ਵਿੱਚੋਂ ਲਵਾਂਗੇ। ਸੋ ਇਹ ਚੀਜ਼ਾਂ ਨੂੰ ਸਾਨੂੰ ਸਮਝਣਾ ਪਊਗਾ। ਇਹ ਕੋਈ ਦਲਿਤਾਂ ਨਾਲ ਜਾਂ ਸਾਡੇ ਦੱਬੇ ਕੁਚਲੇ ਲੋਕਾਂ ਨਾਲ ਜਾਂ ਘੱਟ ਗਿਣਤੀਆਂ ਨਾਲ ਕੋਈ ਇਹਨਾਂ ਨੂੰ ਪਿਆਰ ਨਹੀਂ। ਕੇਵਲ ਤੋਂ ਕੇਵਲ ਇਹਨਾਂ ਨੇ RSS ਨੇ ਬਹਿਡਰੂਪੀਏ ਛੱਡ ਕੇ, ਜਿਹੜਿਆਂ ਦਾ ਭੇਖ ਵੀ ਉਹੋ ਜਿਹਾ ਤੇ ਦਿਖਣ ਦੇ ਵਿੱਚ ਵੀ ਉਹ ਸਿੱਖ ਲੱਗਦੇ ਨੇ, ਪਰ ਇਹ ਸਿੱਖ ਨਹੀਂ ਹੈਗੇ। ਹੁਣ ਮੋਦੀ ਲਈ ਅਰਦਾਸ ਕੀਤੀ ਜਾ ਰਹੀ ਆ। ਮੋਦੀ ਨੇ ਭਗਤ ਰਵਿਦਾਸ ਜੀ ਦਾ ਮੰਦਿਰ ਢਵਾਤਾ ਦਿੱਲੀ 'ਚ। ਮੋਦੀ ਨੇ ਬਾਬਾ ਡਾਕਟਰ ਅੰਬੇਦਕਰ ਸਾਹਿਬ ਜੀ ਦਾ ਜਿਹੜਾ ਸੰਵਿਧਾਨ ਆ ਉਹਨੂੰ ਬਦਲਣ ਦੀਆਂ ਤਿਆਰੀਆਂ ਕਰ ਰਿਹਾ, ਰੋਜ਼ ਛੇੜਛਾਨੀ ਕਰ ਰਿਹਾ। ਮੋਦੀ ਨੇ ਮੁਸਲਮਾਨਾਂ ਦੀ ਕਤਲੋਗਾਰਤ ਕੀਤੀ ਗੁਜਰਾਤ ਦੇ ਵਿੱਚ, ਜਿੱਥੇ ਮੁਸਲਮਾਨਾਂ ਦੀਆਂ ਜਿਹੜੀਆਂ ਗਰਭਵਤੀ ਬੀਬੀਆਂ ਸੀ ਉਹਨਾਂ ਦੇ ਗਰਭ ਦੇ ਵਿੱਚੋਂ ਪਾੜ ਕੇ ਬੱਚੇ ਕੱਢੇ ਗਏ, ਉਹਨਾਂ ਦੀ ਵੀਡੀਓਗ੍ਰਾਫੀ ਕੀਤੀ ਗਈ RSS ਨੇ। ਉਸ ਤੋਂ ਬਾਅਦ ਮੋਦੀ ਨੇ ਸਿੱਖਾਂ ਦਾ ਉਜਾੜਾ ਕੀਤਾ ਗੁਜਰਾਤ ਦੇ ਵਿੱਚ। ਮੋਦੀ ਅੱਜ ਜਿਹੜੀ UP ਦੇ ਵਿੱਚ ਜਾ ਕੇ ਦੇਖਿਓ, BJP ਦੀ ਸਰਕਾਰ, RSS ਜਿਹੜੀ ਉੱਥੇ ਦੇ ਦਲਿਤ ਭਰਾ ਨੇ ਜਿਨ੍ਹਾਂ ਤੇ ਕਿੰਨੇ ਅਤਿਆਚਾਰ ਕੀਤੇ ਜਾ ਰਹੇ ਨੇ, ਸ਼ਰੇਆਮ ਸਾਡੀਆਂ ਧੀਆਂ ਦੀਆਂ ਬੇਪਤੀਆਂ ਕੀਤੀਆਂ ਜਾ ਰਹੀਆਂ ਨੇ UP ਦੇ ਵਿੱਚ। ਉਹ ਕਿਹੜੇ ਦੀ ਗੱਲ? ਕੀ ਤੁਸੀਂ ਇਹੋ ਜਿਹਾ BJP ਤੇ RSS ਦਾ ਮੁੱਖ ਮੰਤਰੀ ਪੰਜਾਬ ਦੇ ਵਿੱਚ ਲਿਆ ਕੇ ਕੀ ਅਸੀਂ ਇਹੋ ਜਿਹਾ ਸਾਡੀਆਂ ਮਾਵਾਂ ਭੈਣਾਂ ਦਾ ਇੱਥੋਂ ਅਸੀਂ ਇੱਜ਼ਤਾਂ ਦੇ ਨਾਲ ਖੇਡਣਗੇ ਆ ਕੇ ਸਾਡੇ ਨਾਲ? ਇਹ ਕੋਈ ਜ਼ਰੂਰੀ ਨਹੀਂਗਾ। ਜੇ ਦਲਿਤਾਂ ਦਾ ਰਾਸ਼ਟਰਪਤੀ ਜਦੋਂ ਰਾਮ ਮੰਦਿਰ ਦਾ ਨੀਂਹ ਪੱਥਰ ਰੱਖਿਆ ਗਿਆ, ਮੋਦੀ ਉੱਥੇ ਪੂਜਾ ਕਰਦਾ, ਤੇ ਜਿਹੜਾ ਗੋਬਿੰਦ ਰਾਸ਼ਟਰਪਤੀ ਆ ਭਾਰਤ ਦਾ ਉਹਨੂੰ ਕਿਉਂ ਨਹੀਂ ਸੱਦਿਆ ਗਿਆ? ਕਿਉਂਕਿ ਉਹ ਸ਼ੂਦਰ ਮੰਨਿਆ ਨੇ ਮੋਦੀ ਨੇ, ਕਿਉਂਕਿ ਉਹ ਉਸ ਪੂਜਨ ਦੇ ਵਿੱਚ ਸ਼ਾਮਲ ਨਹੀਂ ਸੀ ਹੋ ਸਕਦਾ। ਜੇ ਇਹਨਾਂ ਨੂੰ ਦਲਿਤਾਂ ਨਾਲ ਇੰਨਾ ਪਿਆਰ ਹੁੰਦਾ ਤੇ ਭਾਰਤ ਦਾ ਰਾਸ਼ਟਰਪਤੀ ਜੋ ਇੱਕ ਦਲਿਤ ਪਰਿਵਾਰ ਨਾਲ ਸੰਬੰਧਿਤ ਰੱਖਦਾ, ਫਿਰ ਉਹ ਕਿਉਂ ਨਹੀਂ ਗਿਆ ਉੱਥੇ? ਕਿਉਂ ਨਹੀਂ ਉਹ ਮੰਦਿਰ ਦੇ ਵਿੱਚ ਜਾ ਕੇ ਪੂਜਾ ਕਰ ਸਕਦਾ? ਸੋ ਇਹ ਕੋਈ ਵੀ ਦਲਿਤਾਂ ਨਾਲ ਇਹਨਾਂ ਦਾ ਪਿਆਰ ਨਹੀਂ। ਇਹ RSS ਦੇ ਦਲਾਲ ਜਿਹੜੇ ਪੰਜਾਬ ਦੇ ਵਿੱਚ ਵੜ ਚੁੱਕੇ ਨੇ। ਸਭ ਤੋਂ ਵੱਡੀ ਗੱਲ ਇਹ ਇਸ ਟਾਈਮ ਆਪਾਂ ਨੂੰ ਸਮਝਣੀ ਪੈਣੀ ਆ ਕਿ ਕਿਸਾਨੀ ਸੰਘਰਸ਼ ਜਿਹੜਾ ਸਾਡਾ ਚੱਲ ਰਿਹਾ, ਉਹਨੂੰ ਇਹ ਨਾ ਪੰਜਾਬ ਦੇ ਵਿੱਚ ਦਲਿਤਾਂ ਤੇ ਜਾਤ-ਪਾਤ ਦੇ ਧਰਮਾਂ ਦੇ ਵਿੱਚ ਵੰਡ ਕੇ ਲੋਕਾਂ ਨੂੰ ਉਹਨੂੰ ਖਰਾਬ ਕਰਨਾ ਚਾਹੁੰਦੇ ਨੇ ਤੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ। ਇੱਕ ਤੁਸੀਂ ਹੋਰ ਗੱਲ ਦੇਖੋ, RSS ਹੁਣੇ ਵੱਧ ਦਖਲ ਵੱਧ ਗਿਆ। ਅੱਜ ਹੀ ਇੱਕ ਖਬਰ ਤੁਸੀਂ ਦੇਖੀ ਹੋਣੀ ਆ ਕਿ RSS ਵੱਲੋਂ ਇੱਕ ਖੂਨਦਾਨ ਕੈਂਪ ਲਗਾਇਆ ਜਾਂਦਾ। ਉੱਥੇ ਕਿਸਾਨ ਭਰਾ ਸਾਡੇ ਜਾਂਦੇ ਨੇ। ਕਿਸਾਨ ਭਰਾ ਜਦੋਂ ਜਾਂਦੇ ਨੇ ਉੱਥੇ ਉਹਨਾਂ ਦੇ ਨਾਲ ਝਾਪਟ ਹੁੰਦੀ ਆ। ਉਹਦੇ ਨਾਲ ਹੀ ਇੱਕ ਪਖੰਡੀ ਅਰਦਾਸ ਕਰਦਾ ਮੋਦੀ ਦੇ ਲਈ, ਤੇ ਸਰਸੇ ਵਾਲੇ ਬਲਾਤਕਾਰੀ ਸਾਧ ਜਿਹਨੇ ਬਲਾਤਕਾਰ ਕੀਤੇ ਹੋਣ, ਪਖੰਡੀ ਹੋਵੇ, ਜਿਹਨੇ ਢੋਂਗ ਕੀਤਾ ਹੋਵੇ, ਸਾਧ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਕਰਾਈਆਂ ਹੋਣ, ਉਹ ਸਾਧ ਲਈ ਅਰਦਾਸ ਕਰਦਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖੜ ਕੇ। ਤੇ ਘਟਨਾਵਾਂ ਨੂੰ ਸਾਰੀਆਂ ਨੂੰ ਜੇ ਜੋੜ ਕੇ ਦੇਖਿਆ ਜਾਵੇ ਤਾਂ ਇਹ ਤੋਂ ਇੱਕ ਗੱਲ ਸਿੱਧ ਹੁੰਦੀ ਆ ਕਿ ਜਿਹੜਾ ਕਿਸਾਨੀ ਸੰਘਰਸ਼ ਆ ਉਹ ਬਿਲਕੁਲ ਸ਼ਿਖਰਾਂ ਤੇ ਪਹੁੰਚਿਆ ਹੋਇਆ। ਉਸ ਨੂੰ ਖਰਾਬ ਕਰਨ ਦੇ ਲਈ ਇਹੋ ਜਿਹੇ ਪੈਂਤਰੇ ਖੇਡੇ ਜਾ ਰਹੇ ਨੇ। ਜੇ ਮੁਸਲਮਾਨਾਂ ਦੀ ਕਤਲੋਗਾਰਤ ਕਰਨੀ ਆ ਜਾਂ ਸਿੱਖਾਂ ਦੀ ਕਤਲੋਗਾਰਤ ਕਰਨੀ, 1984 ਦੇ ਵਿੱਚ ਰਾਸ਼ਟਰਪਤੀ ਕੌਣ ਸੀਗਾ? ਗਿਆਨੀ ਜੈਲ ਸਿੰਘ ਇੱਕ ਸਿੱਖ ਹੀ ਸੀ ਨਾ, ਤੇ ਸਿੱਖਾਂ ਦੀ ਉਹ ਨਸਲਕੁਸ਼ੀ ਹੋ ਗਈ ਆ। ਤੇ ਹੁਣ ਸਾਧੂ ਧਰਮਸੂਤ ਜਿਹੜਾ ਇਹਨਾਂ ਦਾ ਵਜ਼ੀਫੇ ਨੇ ਦਲਿਤਾਂ ਦੇ, ਉਹ ਵਜ਼ੀਫੇ ਖਾ ਗਿਆ। ਸੋ ਇਹ ਜ਼ਰੂਰੀ ਨਹੀਂ ਹੈਗਾ ਕਿ ਕੋਈ ਪਰਿਵਾਰ ਦੇ ਨਾਲ ਸੰਬੰਧਿਤ ਆ। ਆਪਾਂ ਨੂੰ ਇਹ ਦੇਖਣਾ ਪੈਣਾ ਕਿ RSS ਦਾ ਦਲਾਲ ਕੌਣ ਆ। ਉਹ ਕੋਈ ਵੀ ਹੋ ਸਕਦਾ, ਕਿਸੇ ਵੀ ਚਿਹਰੇ ਦੇ ਵਿੱਚ ਹੋ ਸਕਦਾ। ਸਾਨੂੰ ਉਹਨਾਂ ਦੀ ਨਿਸ਼ਾਨਦੇਹੀ ਕਰਨੀ ਪੈਣੀ ਆ। ਤੇ ਹੁਣ ਸਾਧੂ ਸਿੰਘ ਸਾਰੇ ਜਿਹੜੇ ਦਲਿਤਾਂ ਦੇ ਵਜ਼ੀਫੇ ਸੀ ਉਹ ਖਾ ਗਿਆ। ਸੋ ਸਾਨੂੰ ਇਹੋ ਜਿਹੀਆਂ ਜਿਹੜੀਆਂ ਸਾਡੇ ਪੰਜਾਬ ਦੇ ਉੱਤੇ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ, ਤੇ ਮੈਂ ਉਹਨੂੰ ਪਖੰਡੀ ਸਾਧ ਨੂੰ ਪੁੱਛਣਾ ਚਾਹੁੰਦਾ ਵੀ ਇਹਨਾਂ ਸਵਾਲਾਂ ਦੇ ਜਵਾਬ ਦੇਵੇ ਉਹ ਲਾਈਵ ਹੋ ਕੇ ਕਿ RSS ਤੇ BJP ਦੇ ਜਿਹੜਾ ਗੁਣ ਗਾ ਰਿਹਾ। UP ਦੇ ਵਿੱਚ ਸਾਡੀ ਜਿਹੜੀਆਂ ਧੀਆਂ ਦੀਆਂ ਦਲਿਤਾਂ ਦੀਆਂ ਬੇਪਤੀਆਂ ਹੋਈਆਂ ਨੇ, ਯੋਗੀ ਨੇ ਕਰਵਾਈਆਂ ਨੇ। ਤੇ ਰਵਿਦਾਸ ਭਗਤ ਮਹਾਰਾਜ ਜੀ ਦਾ, ਸਾਡੇ ਦਾ ਮਹਾਰਾਜ ਜੀ ਦਾ ਜਿਹੜਾ ਮੰਦਿਰ ਢਾਇਆ ਗਿਆ, ਉਹਦੇ ਬਾਰੇ ਜਵਾਬ ਦੇਵੇ। ਤੇ ਜਿਹੜਾ ਸਭ ਤੋਂ ਵੱਡੀ ਗੱਲ ਆ, ਜਿਹੜਾ ਸਾਡਾ ਸੰਵਿਧਾਨ ਆ, ਡਾਕਟਰ ਅੰਬੇਦਕਰ ਸਾਹਿਬ ਬਾਬਾ ਜੀ ਨੇ ਲਿਖਿਆ, ਉਹ ਸੰਵਿਧਾਨ ਨੂੰ ਬਦਲਿਆ ਜਾ ਰਿਹਾ ਤੇ ਉਹ ਸੋਚ ਨੂੰ ਬਦਲਿਆ ਜਾ ਰਿਹਾ। ਜਿਹੜੀ ਸੋਚ ਡਾਕਟਰ ਅੰਬੇਦਕਰ ਨੇ ਇੱਥੇ ਲੈ ਕੇ ਆਂਦੀ ਸੀਗੀ, ਜਿਹਦੇ ਵਿੱਚ ਸੰਵਿਧਾਨ ਦੇ ਵਿੱਚ ਗੱਲ ਕੀਤੀ ਸੀ ਦਲਿਤਾਂ ਦੀ, ਉਹ ਸੰਵਿਧਾਨ ਨੂੰ ਬਦਲਿਆ ਜਾ ਰਿਹਾ ਤੇ ਉਸ ਦੇ ਬਾਰੇ ਚੁੱਪ ਕਿਉਂ ਨੇ? ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹਦਾ ਜਵਾਬ ਦੇਣਾ ਚਾਹੀਦਾ। ਤੇ ਲੋਕਾਂ ਨੂੰ ਮੈਂ ਪੰਜਾਬ ਦਿਆਂ ਨੂੰ ਬੇਨਤੀ ਕਰਦਾ, ਜਿਹੜੇ ਇਹੋ ਜਿਹੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਇਹੋ ਜਿਹੇ ਪਖੰਡੀ ਅਰਦਾਸਾਂ ਕਰਦੇ ਨੇ, ਇਹਨਾਂ ਨੂੰ ਬਾਹਰ ਕੱਢਿਆ ਜਾਵੇ। ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ। ਇਹ RSS ਦੇ ਦਲਾਲ ਤੇ ਦੱਲੇ ਨੇ ਤੇ ਸਰਸੇ ਵਾਲੇ ਸਾਧ ਦੇ ਚੇਲੇ ਨੇ। ਇਹਨਾਂ ਦਾ ਕੰਮ ਸਿਰਫ ਪੰਜਾਬ ਦੇ ਵਿੱਚ
ਮਾਹੌਲ ਨੂੰ ਖਰਾਬ ਕਰਨਾ ਤੇ ਬੀਜੇਪੀ ਤੇ ਆਰਐਸਐਸ ਦਾ ਜਿਹੜਾ ਏਜੰਡਾ ਉਹ ਲਾਗੂ ਕਰਨਾ। ਆਰਐਸਐਸ ਤੇ ਬੀਜੇਪੀ ਬਿਲਕੁਲ ਦਲਿਤਾਂ ਦੇ ਖਿਲਾਫ ਆ, ਜਿਹਦਾ ਇੱਕੋ ਇੱਕ ਏਜੰਡਾ ਕਿ ਦਲਿਤਾਂ ਨੂੰ ਬਿਲਕੁਲ ਖਤਮ ਕੀਤਾ ਜਾਵੇ ਇਸ ਦੇਸ਼ ਦੇ ਵਿੱਚੋਂ। ਦਲਿਤਾਂ ਨੂੰ ਖਤਮ ਕਰਕੇ ਜਿਹੜੀ ਆਪਣੀ ਸੋਚ ਆ ਉਹਨੂੰ ਲਾਗੂ ਕੀਤਾ ਜਾਵੇ। ਡਾਕਟਰ ਅੰਬੇਦਕਰ ਦਾ ਸੰਵਿਧਾਨ ਖਤਮ ਕੀਤਾ ਜਾਵੇ ਤੇ ਨਵਾਂ ਸੰਵਿਧਾਨ ਲਾਗੂ ਕੀਤਾ ਜਾਵੇ। ਇਹ ਆਰਐਸਐਸ ਮੋਹਨ ਭਗਵਤ ਦਾ ਏਜੰਡਾ। ਕੀ ਅਸੀਂ ਇਸ ਏਜੰਡੇ ਦੇ ਨਾਲ ਚੱਲਣ ਨੂੰ ਤਿਆਰ ਹਾਂ? ਸੋ ਇਹ ਚੀਜ਼ਾਂ ਦੇ ਜਿਹੜੇ ਜਵਾਬ ਨੇ ਸਾਨੂੰ ਸਾਡਾ ਸਾਰੇ ਪੰਜਾਬ ਦੇ ਲੋਕ ਮੰਗਦੇ ਨੇ। ਸੋ ਮੈਂ ਆਸ ਕਰਦਾ ਕਿ ਜਿਹੜੇ ਸਾਡੇ ਦਲਿਤ ਭਰਾ ਨੇ, ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਇਹ ਚੀਜ਼ਾਂ ਦੇ ਜਿਹੜੇ ਸਵਾਲ ਨੇ, ਜਿਹੜੇ ਇਹੋ ਜਿਹੇ ਪਖੰਡੀ ਆ ਕੇ ਗੁੰਮਰਾਹ ਕਰਦੇ ਨੇ, ਇਹਨਾਂ ਨੂੰ ਪੁੱਛਿਆ ਕਰੋ ਕਿ ਤੁਸੀਂ ਲੋਕ ਸਾਨੂੰ ਦੱਸੋ ਕਿ ਜੋ ਕੁਝ ਹੋ ਰਿਹਾ ਆਰਐਸਐਸ ਤੇ ਬੀਜੇਪੀ ਵੱਲੋਂ, ਜੋ ਕੁਝ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਜਾਂ ਹੋਰ ਸਟੇਟਾਂ ਦੇ ਵਿੱਚ, ਉਹਦਾ ਜਵਾਬ ਦੇਣ। ਇਹੀ ਮੇਰੀਆਂ ਬੇਨਤੀਆਂ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।